ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹਲਾ ਪੰਜਵਾ। ਸ਼ੰਤ ਘਰ ਪਹਿਲਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸ਼ਲੋਕ। ਦਰਸ਼ਨ ਪਿਆਸੇ ਦਿਨ ਸਰਾਤ, ਚਿਤਵ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਦਰਸ਼ਨ ਪਿਆਸੇ ਦਿਨ ਸਰਾਤ, ਚਿਤੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸ਼ੰਤ। ਸੁਣ ਯਾਰ ਹਮਾਰੇ ਸੱਜਣ, ਇਕ ਕਰੂੰ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹਉ ਫਿਰੂੰ ਖੁਜੰਤੀਆ। ਤਿਸ 10 ਪਿਆਰੇ, ਸਿਰ ਧਰੀ ਉਤਾਰੇ। ਇੱਕ ਭੂਰੇ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ। ਇੱਕ ਤਿਲ ਪੇ ਨਾ ਤੇਰੀਜੈ, ਪ੍ਰਭ ਸਿਉ ਮਨ ਲੀਨਾ। ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ,
सगले तिखा बुझंतिया। यार वे प्रिय हब्बे सखियाँ मुँह कही ना जहिया। यार वे हिक डूं हिक चाड़ै हों किस चितेहिया। हिक दूं हिक चाड़े अणक प्यारे नित करदे भोग बिलासा। तिन्ना देख मन चाओ उठंदा हों कद पाई गुण तासा। जिन्नी मैंडा लाल रिझाया हों तिस आगे मन डेहिया। नानक कहे सुन बिनो सुहागण मुँह 10 डिखा फिर कहिया। यार वे फिर आपन भाणा किस निसी छंदा। यार वे तैरा व्या लालण मुँह 10 दसंदा। लालण तैं पाया आप गवाया जै धन भाग मथाने। बाँ पकड़ ठाकुर हों किदे गुण अवगुण ना पछाणे। गुण हार तै पाया रंग लाल बनाया तिस हब्बो किछ सुहंदा। जन नानक धन सुहागण साई जिस संग पतार वसंदा। यार वे नित सुख सुखेंदी सा मैं पाई। वर लोड़ींदा आया वजे वाधाई। महामंगल रहस थिया फिर दयाल सद नवरंगिया। वड भाग पाया गुर मिलाया साध कै सतसंगिया। आसा मनसा सगल पूरी प्रिय अंक अंक मिलाई। बिनवंत नानक सुख सुखेंदी सा मैं गुर मिल पाई। आसा मनसा सगल पूरी प्रिय अंक अंक मिलाई। बिनवंत नानक सुख सुखेंदी सा मैं गुर मिल पाई। वाहिगुरु जी का खालसा वाहिगुरु जी की फतेह। परम सन्मानयोग सतगुरु चवर छतर तखत दे मालक हाजरा हजूर जाहरा जहूर शब्द गुरु जुगों जोगा टल सतगुरु धन श्री गुरु ग्रंथ ਸਾਹਿਬ महाराज सच्चे पातशाह जी की पावन पवित्र हजूरी अंदर जुड़ बैठे सतसंगी जनों आप जी वड्डे भागा वाले हो। जो सत्कारयोग पूजनीक धन माता राजकौर जी के पावन स्थान गुरुद्वारा मंजी साहब विखे अमृत वेले के दीवाना दियाँ हाजरियाँ भर रहे हो। नितनेम दी बाणियां तो उपरंत आसा की वार शब्द कीर्तन गुरु सवारे तो आप जी श्रवण कर रहे सवाओ। रोजाना की तरह सतगुरु जी के बख्शिश किए हुए पावन मुख वाक दी विचार तो पहला असीस बख्शिश करो जी। रसना नूं करो पवित्र जितने भी जोड़े बैठे हो लवाओ हाजरी सारे आखो जी। वाहिगुरु जी का खालसा वाहिगुरु जी की फतेह।
ਜੈਤ ਸ੍ਰੀ ਮਹਲਾ ਪੰਜਵਾਂ। ਸ਼ੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 703 704 ਦੇ ਉੱਤੇ ਸੁਭਾਈਮਾਨ ਨੇ। ਇਹ ਪਾਵਨ ਸ਼ਬਦ ਸ਼ੰਤ ਰੂਪ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਸੁਰਤਾਲ ਦੇ ਘਰ ਪਹਿਲੇ ਵਿੱਚ ਇਹਨੂੰ ਗਾਉਣਾ ਕੀਤਾ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਦਾ ਮੰਗਲਾਚਰਨ ਹੈ ਕਿ ਉਹ ਪਰਮੇਸ਼ਰ ਕੇਵਲ ਇੱਕ ਹੈ, ਅਦੁੱਤੀ ਹੈ ਔਰ ਸਰਬ ਵਿਆਪਕ ਹੈ। ਐਸਾ ਪਰਮੇਸ਼ਰ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ਼ੰਤ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸ਼ਲੋਕ ਉਚਾਰਨ ਕੀਤਾ ਹੈ। ਸ਼ਲੋਕ ਦਰਸ਼ਨ ਪਿਆਸੇ ਦਿਨ ਸਰਾਤ, ਚਿਤਵੋਂ ਅਣਦਿਨ ਨੀਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਨੇ ਔਰ ਸਾਨੂੰ ਢੰਗ ਦੱਸ ਰਹੇ ਨੇ ਕਿ ਇੱਕ ਜਗਿਆਸੂ ਜਿਹਦੇ ਅੰਦਰ ਪਰਮਾਤਮਾ ਦੇ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ, ਉਹ ਜਗਿਆਸੂ ਰੂਪ ਹੋ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਪਿਆਸ ਕਿਤੇ ਪਲ ਭਰਦੀ ਨਹੀਂ, ਦਿਨ ਸਰਾਤ, ਦਿਨ ਰਾਤ ਹਰ ਵੇਲੇ ਦੀ ਪਿਆਸ ਹੈ। ਤੇ ਪਿਆਸ ਹੈ ਕਾਹਦੀ? ਚਿਤਵੋਂ ਅਣਦਿਨ ਨੀਤ, ਕਿ ਦਿਨ ਰਾਤ ਕੇਵਲ ਤੇਰੇ ਚਰਨਾਂ ਦੇ ਵਿੱਚ ਚਿੱਤ ਜੁੜਿਆ ਹੈ। ਤੇ ਪਿਆਸ ਕਾਹਦੀ ਹੈ? ਚਿੱਤ ਜੋੜਿਆ ਕਾਹਦੇ ਲਈ ਹੈ? ਉਹ ਪਿਆਸ ਹੈ ਦਰਸ਼ਨਾਂ ਦੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਣਦਿਨ ਨੀਤ। ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸੁਖਮਨੀ ਸਾਹਿਬ ਦੇ ਵਿੱਚ। ਉਹ ਆਪਾਂ ਪੜ੍ਹਦੇ ਹਾਂ ਕਿ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਲੱਗ ਜੇ ਨਾ, ਦਰਸ਼ਨ ਹੋਣੇ, ਮਹਿਸੂਸ ਹੋ ਜਾਣਾ, ਅਹਿਸਾਸ ਹੋ ਜਾਣਾ, ਇਹ ਤੇ ਬੜੀ ਵੱਡੀ ਬਖਸ਼ਿਸ਼ ਹੈ। ਪਰ ਕੇਵਲ ਦਰਸ਼ਨਾਂ ਦੀ ਪਿਆਸ ਲੱਗ ਜੇ। ਧੰਨ ਗੁਰੂ ਅਰਜਨ ਦੇਵ ਜੀ ਉੱਥੇ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਨੇ ਕਿ ਐਸੇ ਗੁਰਸਿੱਖ ਦੇ, ਐਸੇ ਭਗਤ ਦੇ, ਐਸੇ ਜਗਿਆਸੂ ਦੇ ਚਰਨਾਂ ਤੋਂ ਮੈਂ ਬਲਹਾਰ ਜਾਵਾਂ। ਉਹ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਹੇ ਪਰਮੇਸ਼ਰ ਜੀ, ਦਿਨ ਰਾਤ ਦਰਸ਼ਨਾਂ ਦੀ ਪਿਆਸ ਲੱਗੀ ਹੈ, ਇਸ ਕਰਕੇ ਮੇਰਾ ਚਿਤਵੋਂ ਤੁਹਾਨੂੰ ਚੇਤੇ ਕਰਨਾ, ਤੁਹਾਨੂੰ ਚੇਤੇ ਕਰਦੀ ਹਾਂ ਅਤੇ ਦਿਨ ਰਾਤ ਹਰ ਵੇਲੇ ਕਰ ਰਹੀ ਹਾਂ। ਜਦੋਂ ਇਹ ਅਰਦਾਸ ਬੇਨਤੀ ਕੀਤੀ, ਫਿਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਰਮੇਸ਼ਰ ਨੇ ਕਿਰਪਾ ਕੀਤੀ, ਇਸ ਅਰਦਾਸ ਨੂੰ ਸੁਣਿਆ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਖੋਲ ਦੇ ਲੱਲੇ ਨੂੰ ਸਿਆਰੀ ਹੈ, ਪੈਰ ਦੇ ਵਿੱਚ ਹਲੰਤ ਹੈ। ਪਾਠ ਕਰਨ ਵਾਲੇ ਵੀਰ ਭੈਣ ਜ਼ਰੂਰ ਧਿਆਨ ਦੇਣ। ਇਹ ਛੋਟੀ ਜਿਹੀ ਕੇਵਲ ਲਾਈਨ ਨਹੀਂ, ਇਹ ਕਹਿ ਲਈਏ ਕਿ ਹਾਹੇ ਦਾ ਚੌਥਾ ਹਿੱਸਾ ਹੈ ਹਲੰਤ। ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ। ਖੋਲ ਸਿਆਰੀ ਕਰਕੇ ਅਰਥ ਬਣ ਜਾਣਗੇ ਖੋਲ ਕੇ। ਖੋਲ ਕਪਾਟ, ਗੁਰੂ ਨੇ ਕਪਾਟ ਖੋਲ੍ਹ ਦਿੱਤੇ। ਕਿਹੜੇ ਕਪਾਟ? ਆਪਾਂ ਦਰਵਾਜ਼ੇ ਨੂੰ ਕਹਿੰਦੇ ਹਾਂ। ਇੱਥੇ ਸ਼ਬਦ ਭਾਵੇਂ ਕਪਾਟ ਲਿਖਿਆ ਹੈ, ਕਪਟ, ਦਰਵਾਜ਼ਾ, ਕਪਾਟ। ਪਰ ਇਹ ਕਪਾਟ ਕਿਹੜੇ ਨੇ? ਕਿ ਗੁਰੂ ਦਾ ਕੋਈ ਐਸਾ ਘਰ ਹੈ ਜਿਹਦੇ ਦਰਵਾਜ਼ੇ ਨੇ, ਕੋਈ ਉਹ ਥਾਂ ਹੈ ਜਿੱਥੇ ਰੱਬ ਆਪ ਰਹਿੰਦਾ ਹੈ। ਅਸਲ ਵਿੱਚ ਇਹ ਦਰਵਾਜ਼ੇ ਉਹ ਨੇ ਕਿ ਜਿਹੜੇ ਅਸੀਂ ਅਗਿਆਨਤਾ ਦੇ ਕਰਕੇ ਆਪ ਹੀ ਆਪਣੇ ਅੰਦਰ ਬੰਦ ਕੀਤੇ ਹੋਏ ਨੇ। ਇਹ ਦਰਵਾਜ਼ੇ ਅੰਦਰ ਲੱਗੇ ਹੋਏ ਨੇ ਭਰਮ ਦੇ, ਵਹਿਮ ਦੇ, ਦੁਬਿਧਾ ਦੇ। ਅੰਦਰ ਦੇ ਭਰਮ ਦੇ ਕਪਾਟ ਖੋਲ੍ਹ ਕੇ ਗੁਰੂ ਨੇ ਕਿਰਪਾ ਕੀਤੀ, ਮਿਲਾ ਦਿੱਤਾ। ਖੋਲ ਕਪਾਟ ਗੁਰ ਮੇਲਿਆ, ਗੁਰ ਦੇ ਰਾਹ ਨੂੰ ਵਿਸਿਆਰੀ ਗੁਰੂ ਨੇ।
ਗੁਰੂ ਨੇ ਮਿਲਾ ਦਿੱਤਾ, ਮੇਲ ਲਿਆ। ਨਾਨਕ ਹਰ ਸੰਗ ਮੀਤ, ਤੇ ਕਿਹਦੇ ਨਾਲ ਮਿਲਾਇਆ? ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਸ ਹਰੀ ਦੇ ਨਾਲ, ਹਰ ਸੰਗ ਹਰੀ ਪਰਮਾਤਮਾ ਮਿੱਤਰ ਦੇ ਨਾਲ ਮਿਲਾ ਦਿੱਤਾ, ਜਿੰਦੀ ਪਿਆਸ ਲੱਗੀ ਸੀ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ। ਸ਼ੰਤ ਦੇ ਵਿੱਚ ਪਹਿਲੇ ਸ਼ੰਤ 'ਚ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਸੁਣ ਯਾਰ ਹਮਾਰੇ ਸੱਜਣ, ਇਹ ਸਾਡੇ ਯਾਰ, ਸਾਡੇ ਸੱਜਣ। ਔਰ ਗੁਰੂ ਤੋਂ ਵੱਧ ਕੇ ਕੋਈ ਯਾਰ ਹੋਣਾ ਨਹੀਂ, ਸੱਜਣ ਸਾਨੂੰ ਕੋਈ ਮਿਲਣਾ ਨਹੀਂ। ਔਰ ਉਹ ਸੱਜਣ ਕਿਹੜਾ ਹੈ? ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਵੀ ਹੈ। ਭਾਵੇਂ ਉਹ ਸਾਖੀ ਜੋੜੀ ਜਾਂਦੀ ਹੈ, ਠੀਕ ਹੈ ਕਿ ਸੱਜਣ ਠੱਗ ਨੂੰ ਸਮਝਾਉਣ ਵਾਸਤੇ ਕਹੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਉਹ ਸਾਰਿਆਂ ਦੇ ਸੱਜਣ ਹੈ। ਉਹ ਸੱਜਣ ਹੈ ਗੁਰੂ ਦਾ ਬਖਸ਼ਿਆ ਹੋਇਆ ਗੁਣ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਤੇ ਉਹ ਸੱਜਣ ਕੀ ਹੈ? ਗੁਣ ਗੁਰੂ ਦੇ, ਗੁਰੂ ਦਾ ਨਾਮ। ਕਹਿ ਲਏ ਕਿ ਗੁਰੂ ਯਾਰ, ਗੁਰੂ ਮਿੱਤਰ ਹੈ। ਉਸ ਯਾਰ ਮਿੱਤਰ ਨੂੰ ਹੁਣ ਇੱਕ ਬੇਨਤੀ ਜਗਿਆਸੂ ਸਿੱਖ ਕਰ ਰਿਹਾ ਹੈ। ਇੱਕ ਕਰੂੰ ਬੇਨੰਤੀਆ, ਬੇਨੰਤੀ ਤਰਲਾ ਲੈ ਕੇ ਕਿ ਤਿਸ ਮੋਹਣ ਲਾਲ ਪਿਆਰੇ, ਹੂੰ ਫਿਰੂੰ ਖੁਜੰਤੀਆ। ਕਿ ਇਹ ਯਾਰ ਹੈ ਸੱਜਣ, ਉਸ ਮਨ ਨੂੰ ਮੋਹਣ ਲੈਣ ਵਾਲੇ ਮੋਹਨ ਲਾਲ, ਜਿਹਨੇ ਸਾਰੀ ਦੁਨੀਆ ਦੇ ਮਨ ਨੂੰ ਮੋਹ ਲਿਆ ਹੈ, ਮੋਹ ਲੈਣ ਵਾਲਾ ਹੈ। ਔਰ ਇਹ ਮੋਹਨ ਲਾਲ ਸ਼ਬਦ ਜਿਹੜਾ ਹੈ, ਇਹ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਪਰਿਪੂਰਨ ਪਰਮਾਤਮਾ ਲਈ ਵਰਤਿਆ ਹੈ। ਪਰ ਪਤਾ ਨਹੀਂ ਕਿਉਂ ਸਾਨੂੰ ਸਮਝ ਅੱਜ ਤੱਕ ਲੱਗੀ ਨਹੀਂ। ਚਲੋ ਕਵੀ ਸੰਤੋਖ ਸਿੰਘ ਨੇ ਸਾਖੀ ਲਿਖੀ, ਸਾਖੀ ਦੇ ਵਿੱਚ ਸ਼ਬਦ ਜੋੜ ਦਿੱਤਾ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ ਮੂਣ ਦੇ ਕੋਲੋਂ ਪੋਥੀਆਂ ਲੈਣ ਗਏ, ਤੇ ਉੱਥੇ ਜਾ ਕੇ ਸ਼ਬਦ ਉਚਾਰਨ ਕੀਤਾ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਪਰ ਕਦੇ ਵਿਚਾਰ ਕਰਕੇ ਨਹੀਂ ਦੇਖੀ ਕਿ ਉਸ ਮੋਹਣ ਦੇ ਮੰਦਰ ਕਿੰਨੇ ਉੱਚੇ ਨੇ ਜੀ। ਚੁਬਾਰਾ ਹੀ ਸੀ ਨਾ ਗੁਰੂ ਸਾਹਿਬ ਜੀ ਦਾ, 10 ਫੁੱਟ ਨਹੀਂ ਤਾਂ 12 ਫੁੱਟ ਤੇ ਹੋਏਗਾ, 10-12 ਫੁੱਟ ਉੱਤੇ ਲਾ ਲਓ, 25 ਫੁੱਟ ਹੋਏਗਾ। ਔਰ 25 ਫੁੱਟ ਕੇ ਤਾਂ ਬਹੁਤ ਉੱਚਾ ਤੇ ਨਹੀਂ। ਔਰ ਨਾਲ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਅਪਾਰਾ ਦਾ ਅਰਥ ਹੁੰਦਾ ਜਿਹਦਾ ਪਾਰਾਵਾਰ ਹੀ ਨਾ ਉਰਲਾ ਬੰਨਾ ਦਿਸਦਾ ਹੋਵੇ ਨਾ ਪਰਲਾ। ਹੁਣ ਉਸ ਧੰਨ ਗੁਰੂ ਅਮਰਦਾਸ ਜੀ ਦੇ ਪੁੱਤਰ ਮੋਹਨ ਦੇ ਚੁਬਾਰੇ ਦਾ ਤਾਂ ਉਰਲਾ ਬੰਨਾ ਵੀ ਦਿਸਦਾ, ਪਰਲਾ ਵੀ ਦਿਸਦਾ ਹੈ। ਕਿੱਡਾ ਕੁ ਚੁਬਾਰਾ ਹੁੰਦਾ ਜੀ ਕਰਦਾ। ਆਪ ਜੀ ਨੇ ਦਰਸ਼ਨ ਵੀ ਕੀਤੇ ਨੇ ਕਈਆਂ ਨੇ। ਅਸਲ ਵਿੱਚ ਗੁਰੂ ਸਾਹਿਬ ਜੀ ਉਸ ਮੋਹਣ ਨੂੰ ਨਹੀਂ, ਉਹ ਜਿਹੜਾ ਰੱਬ ਨੂੰ, ਪਰਮੇਸ਼ਰ ਨੂੰ ਸ਼ਬਦ ਵਰਤੇ ਜਿਹੜਾ ਸਾਰਿਆਂ ਦੇ ਮਨਾਂ ਨੂੰ ਮੋਹ ਲੈਣ ਵਾਲਾ ਹੈ। ਕਿਉਂਕਿ ਉਸ ਮੋਹਣ ਦੇ ਬਾਰੇ ਤਾਂ ਬਾਬਾ ਭਾਈ ਗੁਰਦਾਸ ਜੀ ਨੇ ਪਾਵਨ ਬਚਨ ਕਹੇ ਨੇ ਕਿ ਮੋਹਣ ਕਮਲਾ ਹੋਇਆ। ਜੇ ਪੋਥੀਆਂ ਮੋਹਣ ਕੋਲ ਹੁੰਦੀਆਂ ਤਾਂ ਉਹਨੂੰ ਕਮਲਾ ਥੋੜ੍ਹੀ ਕਹਿਣਾ ਸੀ। ਜੇ ਉਸ ਮੋਹਣ ਦੇ ਧੰਨ ਗੁਰੂ ਅਰਜਨ ਦੇਵ ਜੀ ਨੇ ਸਿਫਤ ਕੀਤੀ ਹੁੰਦੀ, ਫਿਰ ਭਾਈ ਗੁਰਦਾਸ ਨੇ ਉਹਨੂੰ ਕਮਲਾ ਥੋੜ੍ਹੀ ਕਹਿਣਾ ਸੀ। ਨਹੀਂ, ਉਹ ਮੋਹਣ ਜਿਹੜਾ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਮਨਾਂ ਨੂੰ ਮੋਹ ਲੈਣ ਵਾਲਾ ਹੈ, ਉੱਥੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਉਸ ਮਨ ਨੂੰ ਮੋਹ ਲੈਣ ਵਾਲੇ ਨੂੰ ਮੈਂ ਵੀ ਲੱਭਦੀ ਫਿਰਦੀ ਹਾਂ। ਇੱਕ ਸਖੀ ਜਾ ਕੇ ਗੁਰਸਿੱਖ ਜਗਿਆਸੂ ਦੂਸਰੇ ਗੁਰਸਿੱਖ ਸਹੇਲੀ ਨੂੰ ਪੁੱਛ ਰਿਹਾ ਹੈ ਕਿ ਮੈਂ ਉਹਨੂੰ ਲੱਭ ਰਹੀ ਹਾਂ। ਤਿਸ 10 ਪਿਆਰੇ ਸਿਰ ਧਰੇ ਉਤਾਰੇ, ਇੱਕ ਭੂਰੀ ਦਰਸ਼ਨ ਦੀਜੈ। ਇਹ ਭੈਣੇ ਉਹਦੇ ਬਾਰੇ ਕੁਛ ਦੱਸਦੇ ਸਹੀ। ਗੁਰਸਿੱਖ ਵੀਰਾ, ਉਹ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਪਰਮੇਸ਼ਰ ਹੈ, ਕੁਛ ਤੇ ਦੱਸ। ਮੈਂ ਆਪਣਾ ਸਿਰ ਵੱਢ ਕੇ ਤੇਰੇ ਚਰਨਾਂ 'ਚ ਰੱਖ ਦਿਆਂ। ਤੇ ਪੁੱਛਿਆ ਕਾਹਦੇ ਲਈ? ਸਿਰ ਕਿਉਂ ਵੱਢ ਕੇ ਰੱਖਣਾ ਹੈ? ਕਹਿੰਦੇ ਇੱਕ ਭੂਰੇ ਦਰਸ਼ਨ ਦੀਜੈ, ਕਿਤੇ ਤੇਰੇ ਦਰਸ਼ਨ ਕਰਕੇ ਉਹ ਰੱਬ ਪਰਮੇਸ਼ਰ ਇੱਕ ਭੂਰੀ ਅੱਖ ਚਮਕਣੀ ਜਿੰਨਾ ਸਮੇਂ ਦਰਸ਼ਨ ਦਿੰਦੇ, ਇਹਦੇ ਬਦਲੇ ਮੈਂ ਸਿਰ ਵੱਢ ਕੇ ਤੇਰੇ ਚਰਨਾਂ 'ਚ ਰੱਖਣ ਲਈ ਤਿਆਰ ਹਾਂ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ
ਕਿ ਸਿਰ ਹੀ ਵੱਢਣਾ ਪਏਗਾ। ਜੇ ਉਹਨੂੰ ਮਿਲਣਾ ਹੈ, ਉਹਨੂੰ ਖੋਜਣਾ ਹੈ, ਇੱਕ ਤੇ ਹੁਮੇ ਵਾਲਾ ਸਿਰ ਵੱਢਣਾ ਪਏਗਾ, ਮੈਂ ਮੇਰੀ ਨੂੰ ਛੱਡਣਾ ਪਏਗਾ। ਤੇ ਦੂਜਾ, ਜੇ ਸੱਚਮੁੱਚ ਉਹਨੂੰ ਲੱਭਣ ਨਹੀਂ ਚੱਲਿਆ ਹੈ, ਇੱਥੇ ਅਰਦਾਸ ਬੇਨਤੀ ਗੁਰੂ ਸਾਹਿਬ ਜੀ ਨੇ ਕੀਤੀ ਨਾ ਕਿ ਮੈਂ ਉਹਨੂੰ ਲੱਭ ਰਿਹਾ ਹਾਂ, ਤੇ ਇਸ ਮੋਹਨ ਲਾਲ ਪਿਆਰੇ ਹੁਣ ਫਿਰੂ ਖੋਜੰਤੀ ਆ, ਉਹਦੇ ਬਾਰੇ ਦੱਸੋ, ਮੈਂ ਲੱਭ ਰਹੀ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਲੱਭਣਾ ਤੇ ਚਾਹੀਦਾ, ਖੋਜਣਾ ਤੇ ਚਾਹੀਦਾ ਹੈ, ਪਰ ਉਹਨੂੰ ਲੱਭਣ ਵਾਸਤੇ ਜੰਗਲਾਂ 'ਚ, ਪਹਾੜਾਂ 'ਚ ਜਾਂ ਕਿਤੇ ਹੋਰ ਥਾਂ 'ਤੇ ਨਾ ਭਟਕੀ। ਜੇ ਲੱਭਣਾ ਤੇ ਆਪਣੇ ਅੰਦਰੋਂ ਲੱਭੋ, ਤੇ ਤੇਰੇ ਅੰਦਰ ਹੈ, ਕਿਉਂਕਿ ਗੁਰੂ ਨੇ ਕਪਾਟ ਖੋਲ੍ਹ ਦਿੱਤੇ ਨਾ, ਅੰਦਰ ਦੇ ਭਰਮ ਦੇ ਦਰਵਾਜ਼ੇ ਕੱਢ ਦਿੱਤੇ। ਤੂੰ ਹੀ ਮੋਹੀ, ਮੋਹੀ ਤੂੰ ਹੀ, ਅੰਤਰ ਕੈਸਾ। ਗੁਰੂ ਨੇ ਸਮਝ ਦੇ ਦਿੱਤੀ ਕਿ ਸਭ ਮੈਂ ਜੋਤ ਜੋਤ ਹੈ, ਸੋਈ ਉਹ ਸਾਰਿਆਂ ਦੇ ਵਿੱਚ ਹੈ। ਤੇ ਜਿਹੜਾ ਸਾਰਿਆਂ ਦੇ ਵਿੱਚ ਹੈ, ਫਿਰ ਉਹਨੂੰ ਲੱਭਣਾ ਵੀ ਤਾਂ ਵਿੱਚੋਂ ਹੀ ਹੈ ਨਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਹੀ ਤਾਂ ਕਿਰਪਾ ਕੀਤੀ, ਬਹੁਤ ਸਾਰੇ ਬਚਨ ਕਹੇ, ਜਿੱਥੇ ਸਤਿਗੁਰੂ ਦੀ ਬਾਣੀ ਨੇ ਪਾਵਨ ਬਚਨ ਕਹੇ, ਬੰਦੇ ਖੋਜ ਕਿੱਥੋਂ ਜੀ, ਦਿਲ, ਆਪਣੇ ਦਿਲ ਹਿਰਦੇ ਦੇ ਵਿੱਚੋਂ। ਤੇ ਕਿੰਨਾ ਕੁ ਸਮਾਂ ਖੋਜਣਾ, ਕਹਿੰਦੇ ਹਰ ਰੋਜ਼ ਖੋਜ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨੀ ਜਾਵੇਂਗੇ ਨਹੀਂ, ਭਰਮ 'ਚ ਪਏਂਗੇ ਨਹੀਂ, ਦੁਬਿਧਾ ਅੰਦਰ ਆਵੇਗੀ ਨਹੀਂ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿਹਨੇ ਖੋਜਿਆ ਮਿਲਿਆ ਉਹਨੂੰ ਹੈ। ਭਾਵੇਂ ਪੜ੍ਹਦੇ ਆਪਾਂ ਰੋਜ਼ ਹਾਂ ਕਿ ਜੋ ਪ੍ਰਭ ਕੋ ਮਿਲਬੋ ਚਾਹੇ ਦੋਹਰਾ, ਭਾਵੇਂ ਗਿਆਨੀ ਗਿਆਨ ਸਿੰਘ ਜੀ ਦਾ ਹੈ, ਪਰ ਪੜ੍ਹਦੇ ਦੇ ਭਾਵਨਾ ਸੇ ਕਰਕੇ ਨਾ ਕਿ ਜੋ ਪ੍ਰਭ ਕੋ ਮਿਲਬੋ ਚਾਹੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਜਾਣ ਕੇ ਖੋਜ ਸ਼ਬਦ ਮੈਲੇ। ਵੀ ਜਿਹੜਾ ਸਾਨੂੰ ਮਿਲਣਾ ਚਾਹੁੰਦਾ, ਰੱਬ ਨੂੰ ਮਿਲਣਾ ਚਾਹੁੰਦਾ, ਖੋਜ ਕਰੇ, ਸ਼ਬਦ ਦੀ ਖੋਜ ਕਰੇ, ਸ਼ਬਦ ਵਿੱਚੋਂ ਲੱਭ ਲਵੇ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਿਲਿਆ ਉਹਨਾਂ ਨੂੰ ਜਿਨ੍ਹਾਂ ਨੇ ਖੋਜਿਆ ਹੈ। ਔਰ ਸੰਸਾਰ ਵਿੱਚ ਮਨੁੱਖ ਦੋ ਤਰ੍ਹਾਂ ਦੇ ਨੇ, ਇੱਕ ਤਾਂ ਉਹ ਸੱਚਮੁੱਚ ਜਿਹੜੇ ਰੱਬ ਨੂੰ, ਰੱਬ ਦੇ ਖੋਜੀ ਨੇ, ਜਿਨ੍ਹਾਂ ਖੋਜਿਆ ਉਹਨਾਂ ਪਾ ਵੀ ਲਿਆ। ਇੱਕ ਉਹ ਨੇ ਜਿਹੜੇ ਖੋਜ ਦੀ ਥਾਂ 'ਤੇ ਵਾਦ ਵਿਵਾਦ ਕਰਦੇ ਨੇ ਕਿ ਇਹ ਮੇਰੀ ਮਰਿਆਦਾ ਸਭ ਤੋਂ ਉੱਤਮ, ਤੇਰੀ ਮਰਿਆਦਾ ਘਟੀਆ, ਔਰ ਖਿਮਾ ਕਰਨਾ ਇਹ ਚੱਲਿਆ ਤਾਂ ਹੀ ਹੈ। ਇੱਕ ਮਰਿਆਦਾ ਨੂੰ ਤਾਂ ਹੀ ਨਹੀਂ ਨਾ ਲੋਕ ਮੰਨਦੇ। ਆਪੋ ਆਪਣੇ ਡੇਰੇ ਬਣਾਏ, ਆਪੋ ਆਪਣੀ ਮਰਿਆਦਾ ਬਣਾ ਦਿੱਤੀ, ਫਿਰ ਉੱਥੋਂ ਵਾਦ ਵਿਵਾਦ। ਔਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਖੋਜੇ ਉਪਜੈ, ਬਾਦੀ ਬਿਨਸੈ। ਜਿਹਨੇ ਖੋਜ ਕੀਤੀ ਅਸਲ ਵਿੱਚ ਉਹ ਪੈਦਾ ਹੋਇਆ, ਇਹ ਕਹਿ ਦੇ ਕਿ ਉਹਨੂੰ ਆਤਮਿਕ ਜੀਵਨ ਮਿਲਿਆ। ਤੇ ਜਿਹਨੇ ਕੇਵਲ ਬਾਤ ਵਿਵਾਦ ਕੀਤਾ, ਉਹਦਾ ਤੇ ਨਾਸ ਹੋ ਹੀ ਗਿਆ, ਆਤਮਿਕ ਮੌਤੇ ਤੋਂ ਮਰੇ। ਔਰ ਸਤਿਗੁਰੂ ਜੀ ਅੱਜ ਕਿਰਪਾ ਕਰਦੇ ਨੇ, ਉਹਨੂੰ ਲੱਭਣਾ ਹੈ ਖੋਜ। ਪਰ ਨਾਲ ਸਾਨੂੰ ਸਮਝਾਇਆ ਵੀ ਕਿ ਸਭ ਕੁਛ ਘਰ ਮੈਂ ਬਾਹਰ ਨਹੀਂ। ਹਾਂ, ਜੇ ਬਾਹਰੋਂ ਲੱਭਣ ਜਾਏਗਾ, ਬਾਹਰੋਂ ਕੋਈ ਮਿਲੇਗਾ ਜ਼ਰੂਰ, ਪਰ ਬਾਹਰੋਂ ਮਿਲੇਗਾ ਕੀ? ਕੇਵਲ ਭਰਮ ਮਿਲੇਗਾ, ਕੇਵਲ ਵਹਿਮ ਮਿਲੇਗਾ, ਔਰ ਕੇਵਲ ਤੇ ਕੇਵਲ ਦੁਬਿਧਾ ਮਿਲੇਗੀ, ਭਟਕਣਾ ਮਿਲੇਗੀ। ਸਤਿਗੁਰੂ ਜੀ ਕਹਿੰਦੇ ਨੇ, ਖੋਜਣਾ ਤੇ ਅੰਦਰ ਲੱਭ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਭਾਲੇ ਸੋ ਭਰਮ ਭੁਲਾਹੀ। ਔਰ ਬਾਬਾ ਫਰੀਦ ਜੀ ਨੇ ਤਾਂ ਸਾਨੂੰ ਬੜੇ ਸੌਖੇ ਸ਼ਬਦਾਂ ਵਿੱਚ ਸਮਝਾਇਆ, ਪੰਜਾਬੀ ਦੇ ਬੋਲ ਨੇ ਔਰ ਬੜੇ ਸਿੱਧੇ ਜਿਹੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ। ਕਿਆ ਬੰਦਿਆ ਕਿਉਂ ਜੰਗਲਾਂ ਵਿੱਚ ਭਟਕਦਾ ਹੈ? ਕਿਉਂ ਵਿਚਾਰੇ ਕੰਡਿਆਂ ਨੂੰ ਤੋੜ ਰਹੇ ਹੈ? ਆਪਣੇ ਪੈਰਾਂ ਨੂੰ ਦੁੱਖ ਦੇ ਰਹੇ, ਕੰਡਿਆਂ ਨੂੰ ਤੋੜ ਰਹੇ। ਉਹ ਰੱਬ ਕੋ ਜੰਗਲ 'ਚ ਥੋੜ੍ਹੀ ਬੈਠਾ ਹੈ। ਹਾਂ, ਜਦੋਂ ਸਮਝ ਲੱਗ ਜਾਏਗੀ ਤੇ ਫਿਰ ਉਹ ਜੰਗਲ ਵਿੱਚੋਂ ਵੀ ਨਜ਼ਰ ਆਏਗਾ, ਫਿਰ ਉਹ ਕੰਡੇ ਵਿੱਚੋਂ ਵੀ ਨਜ਼ਰ ਆਏਗਾ, ਫਿਰ ਉਹ ਫੁੱਲ ਵਿੱਚੋਂ ਵੀ ਨਜ਼ਰ ਆਏਗਾ। ਪਰ ਜੇ ਭਰਮ ਦੇ ਵਿੱਚ ਪੈ ਕੇ ਜਾਏ ਲੱਭਣ, ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਨਹੀਂ ਲੱਭਣਾ। ਤੇ ਕਿਵੇਂ ਮਿਲੇਗਾ ਜੀ? ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ। ਵਸੀ ਰੱਬ ਹਰਿਆਲੀ ਹੈ, ਜੰਗਲ ਕਿਆ ਢੂੰਡੇ। ਉੱਤੇ ਤੇਰੇ ਹਿਰਦੇ 'ਚ ਹੈ, ਅੰਦਰੋਂ ਲੱਭ। ਸਤਿਗੁਰੂ ਜੀ ਕਿਰਪਾ ਕਰਦੇ ਨੇ ਜਗਿਆਸੂ ਰੂਪ ਦੇ ਵਿੱਚ ਹੋ ਕੇ ਕਿ ਮੈਂ ਉਹਨੂੰ ਲੱਭਣ ਵਾਸਤੇ ਤੁਰੀ ਹਾਂ।
जे कोई 10 पावे तो अपना सिर उतार के अगे भेंट करने लिए तैयार है। और सतगुरु जी कृपा करते हैं, सिर ही उतारना पएगा। धन गुरु अमरदास जी के पावन बचन ने, धन गुरु अर्जन देव जी ने पावन बचन कहे ने कि कोई आन मिलावे मेरा प्रीतम प्यारा, हूँ तिस पै आप विचाई ते विचन तो भाव की है जी। कहते तन मन काट काट सब अरपी, विच अग्नि आप जलाई, कोई मिलावे तो सही दस ते पाए। अपने तन के टुकड़े कर करके अपने हथी विच चुक के पट्ठी च पाने होण ते बलदी हुई पट्ठी च पाउण लई तैयार है। और धन गुरु अमरदास जी सानूं रोज़ ही समझाउंदे ने कि बिल्कुल सिर वढ़ के गुरु के चरणों च रखना ही पैना है जे तू चाहुंदा कि मिल जाए। इत्थे अज सतगुरु जी ने कृपा की, तिस 10 प्यारे सिर धरी उतारे ते किन्ने को दर्शन ली, सिर्फ एक भूरी दर्शन दीजे, एक निमक मात्र जिन्नी दे दो। और धन गुरु अमरदास जी सानूं आनंद साहिब दे विच रोज़ समझाउंदे ने कि वो परिपूर्ण परमात्मा के गुणों का मुल नहीं पाया जा सकता। हर आप अमुलक है, मुल ना पाया जाए। उन्होंने किसी बाहर के रुपये पैसे नाल खरीदया नहीं जा सकता। और क्षमा करना असीं खरीदण का ही यतन कर रहे हैं कि पैसे दे दो, पाठ पेटा ले लो, भावें 5100 की थां ते भावें 31,000 ले लो, मिलते ने ना ऐसे भी जी। पढ़ तुसी लवो, खोज तुसी कर लो तो मिल सानू जाए, फल सानू मिल जाए। धन गुरु अमरदास सच्चे पातशाह कहते दुनिया के लोगों वो दुनिया के पैसे रुपये नाल नहीं जे मिलता तो किवें मिलेगा जी। कहते हर आप अमोलक है, मुल ना पाया जाए, मुल ना पाया जाए, किसे विटों रहे लोक विलड़ाए। लोक विलक के रह गए पर मिलया नहीं। फिर सतगुरु जी कृपा करो किवें मिलेगा। कहते मुल ना पाया जाए, किसे विटों रहे लोक विलड़ाए। ऐसा सतगुरु जे मिले, तिसनूं सिर सौंपीए, उन्होंने अपना सिर वढ़ के सौंप दिए। सिर सौंपना है कि जी, कहते तिसनूं सिर सौंपीए, विचों आप जाए। आ जिहड़ा विचों आप जाए ना, बस ये सिर वढ़ के रखना अगे है। होमे वाला सिर वढ़ के रखना पएगा। हुण सतगुरु जी कृपा करते हैं, अपना सिर वढ़ के चरणों च भेंट करने लिए तैयार है। एक भूरी दर्शन हो जाना। नैन हमारे प्रिया रंग रंगारे, एक तिल पी ना ते रिझा। हुण दर्शनां दी प्यास इन्नी है, नैन जिहड़े ने साडे उस प्यारे परमेश्वर के रंग विच रंग चुके ने, हर वेले खिचे रहिंदे ने। एक तिल जिन्ना मैनूं धीरज नहीं मिलता, एक तिल पी ना ते रिझा। प्रभ स्यो मन लीना, जो जल मीना, चातरक जिमें तिसंतिया। हुण प्रभु दे नाल प्रेम इन्ना पै गया है, जो जल मीना, जिमें पानी दे नाल मच्छी दा है। प्रभ स्यो मन लीना, जो जल मीना, चातरक जिमें तिसंतिया। इवें दा प्यार पै गया जिमें मच्छी दा पानी नाल है, चातरक दा उस संबंधी बूंद नाल है। और सतगुरु जी ने पावन बचन जिहड़ियां उदाहरणा दित्तियां कि मच्छी का किन्ना को प्रेम है पानी नाले, आपां जानने भी हाँ। और गुरु साहिब जी ने बाणी दे विच पावन बचन कहे भी ने कि मच्छी नूं बाहर कड्डो तड़फेगी, पानी तो बाहर निकलदिआं नाल उहदी मौत है। और जे कोई जान बुझ के भी कड्डे, शिकारी फड़े, उहनूं बाहर कढ के वढ भी लए, वढ के उहनूं पतीले च पा के थले अग बाल के उहनूं रिन भी लए, उहनूं खा भी जाए। और सतगुरु जी कहते हैं देखो उस मच्छी का पानी नाल इन्ना प्यार है कि पेट दे विच कई हुई भी पानी मंगती है। जिन्हें खाधी है वो जानते हैं कि वो पानी रात नूं भी मंगती है कि लियाओ। और केवल कहण मात्र नहीं, गुरु साहिब ने पावन बचन बाणी दे विच कहे ने कि मीन पकर फांकियो अर काटियो, रांद कियो बहुबानी, रांद कियो रिन्या। कई तरीके नाल रिन गया।
खंड खंड कर भोजन कीनो, टुकड़े टुकड़े करके खा भी गया। तो न बिसरियो पानी, पानी दे नाल इन्ने प्रेत है कि पानी फिर भी नहीं भुलिया। हे रब जी परमेश्वर जी, तेरे दर्शनां दी प्यास इन्नी है, प्रेम इन्ना पै गया जिवें एक मच्छी दा पानी नाल है, जिवें एक बबेहे दा सवंती बूंद नाल है। जन नानक गुर पूरा पाया, सगले तिखा बुझंतिया। पहले पदे दे अखीर विच सतगुरु जी बख्शिश कर दिंदे कि जन नानक गुर पूरा पाया। धन गुरु अर्जन देव जी कहते हैं सानू पूरा गुरु मिल गया। सगले तिखा बुझंतिया, जिंदे करके साडे अंदर दी सारी प्यास ही बुझ गई, क्योंकि प्यास ही दर्शनां दी सी। यार वे प्रिय हब्बे सखियां, मूँह कही ना जेहिया। हुण उस जग्यासी जीव रूपी इस्त्री ने फिर बेनती की। ये कह ले कि एक गुरसिख ने दूसरे गुरसिख नूं फिर कहा कि उस रब नूं, उस गुरु नूं, प्यारे नूं मिलना है, तो भाई किवें मिला। यार वे प्रिय हब्बे सखियां, ये सारियां गुरसिख सहेलियां तो उस प्यारे दियां सहेलियां ने, उनदियां खास सहेलियां ने। मूँह कही ना जहिया, उन्हां विचों मेरे वर्गे तो कोई भी नहीं। देखो इनके अर्थ दो निकलते हैं, एक तो आप अपने हिसाब नाल कढ़ने, मेरे वर्गा कोई भी नहीं, कि मेरे जिन्नी समझ किसी नूं नहीं, ब्रह्म ज्ञानी घरों बन के आ जाने। पर इत्थे वो होमे वाली मैं नहीं, मेरे वर्गा कोई नहीं। इत्थे भाव है कि मैं किसी के बराबर है ही नहीं, मेरे तो सारे एक तो एक चढ़दी कला वाले ने। उस प्यारे दे सखी सहेलियां विचों मैं तो किसी गिनती विच नहीं, मैं की कहां कि किंदे वर्गी हाँ। यार वे हिक डूं हिक चाड़े हो, किस चिते हियां। वो जपण वाले गुरसिखां नूं जदों देखीदा है, जदों उन्हां बारे सुनीदा है, तो एक नूं सुन के लगदा कि इहदे वर्गा गुरसिख किहड़ा होना है। दूजे बारे सुनीदा कि इहदे तो वड्डा कोई नहीं होना। एक तो एक चढ़दी कला वाले ने, तो मैं किसी लिखे विच भी नहीं, किसी गिणती च भी नहीं। हिक दूं हिक चाड़े अणक प्यारे, नित करदे भोग बिलासा। सिमरन करन वाले एक दूं हिक दूं हिक, ये लहिंदी बोली ठेठ पंजाबी है। एक तू एक चढ़दी कला वाले ने, बड़े बड़े प्यारे ने, अणक प्यारे, कई तरह के प्यारे ने जिहड़े एक तो एक चढ़दी कला वाले। नित करदे भोग बिलासा, वो अपने गुरु नूं, परमेश्वर नूं मिल के सदा ही आनंद माणदे ने। तिन्ना देख मन चाऊ उठंदा, हों कद पाई गुण तासा। हाँ सतगुरु जी ने कृपा की, वो एक तो एक चढ़दी कला वाले जरूर ने, उन्हां वर्गे असीं नहीं, पर उन्हां नूं वेख के एक चाह जरूर पैदा हो जाता है कि जे नाम जप जप के इन्हां ते इन्नी किरपा होगी, इन्हां ते इन्नी खुमारी आ गई, मैं भी जपां, मैं भी उदम करा। हुण कहंदे ने तिन्ना देख मन चाऊ उठंदा, हों कद पाई गुण तासा। वो गुणां दा मालक परमेश्वर मैनूं कदों मिलेगा, मैं किवें इस अवस्था तक पहुँचांगी। और सतगुरु जी ने कृपा की, ये चाह पैदा होंदा है जपण वालियां नूं वेख के। और तां ही सतगुरु जी ने कृपा की सी, इस सत संगत नूं इन्नी महानता दित्ती। कहंदे संगत तो बिना उस परिपूर्ण परमात्मा नूं मिलिया नहीं जा सकता। क्यों जी? सतगुरु जी कहंदे ने कि साध संगत तो बिना, साध संगत बिन भव नहीं उपजै, भाव बिन भगत न होए तेरी। ते जे अंदर भाव प्रेम भावना पैदा ही नहीं हुई तो भगती हो सकती ही नहीं। हाँ उन्होंने जपण वाले वेख के अंदर ये भाव पैदा हो गया, प्रेम पैदा हो गया, अंदर एक तांग लग गई कि मैं भी जे जपा तो मैं भी इत्थों तक पहुँचांगा। तिन्ना देख मन चाऊ उठंदा, हों कद पाई गुण तासा। जिन्नी मैंडा लाल रजाया, हों तिसिया के मन डेहियां। जग्यासू फिर बेनती करता है कि जिन्ना भी गुरमुखा ने मेरे मालक नूं, परमेश्वर नूं रजाया, खुश किया है,
मैं अपना मन उन्हां दे चरनां विच भेंट करन लई तैयार हाँ। नानक कह सुन बिनो सुहागण, मूँह दस डिखा फिर के हिया। दूसरे पदे के खीर ते फिर जिग्यासु रूप विच बेनती करके कहंदे ने कि सुन नानक कह सुन बिनो सुहागण। हे सुहागण भैणे, सुहागण दा अर्थ गुरु वाली है। हे गुरु वाले वीरा, मूँह दस डिखा फिर के हिया। तू तो उस मालक नूं मिलिया है भैणे, तू तो अपने उस पति परमेश्वर नूं मिली है। दस तो सही, दस डिखा फिर के ही वो फिर पति है किहो जिहा, क्योंकि चाह तो होंदा कि वेखां। देखो भावें शब्द लंबेरा है, पर सतगुर जी किरपा करदे ने जिथों इतिहास विचों सानूं बहुत कुछ सिੱਖਣ ਨੂੰ मिलता है। उरे साखियां ਹੁੰਦੀਆਂ ਨੇ असल ਵਿੱਚ ਕਿਸੇ तरह ਕਿਸੇ ढंग नाल सानूं समझ लग जाए, पर बहुत सारिया साखियां ने जिन्होंने आप उत्तों तो पकड़ के चलते हैं, उस समझ तो बिल्कुल वांझे रह जाते हैं। वो है किहो जिहा महाराजा रणजीत सिंह, उन्होंने दे अंदर भी एक प्यास पैदा हुई। उन्होंने ढंडोरा पटवाया कि धन गुरु कलगीधर पातशाह जी दे किसी ने दर्शन किए होण, कोई बजुर्ग होवे, कोई तो होगा। ढंडोरा पटाया, एक सिंह मिलिया जिंदी उम्र 100 साल तो वध सी। पता लग्या कि यह धन गुरु गोबिंद सिंह साहब जी की फौज के विच भर्ती सी, सिपाही सी। पालकी भेजी महाराजा रणजीत सिंह ने, पालके दे विच बिठा के लिया, उनके चरण धोते। महाराजा रणजीत सिंह ने अपने संघासन ते बिठाया, अपने वाली कुर्सी ते बिठाया, पैरों दे विच बैठ गया और हाथ जोड़ के कहता कि धन गुरु कलगीधर पातशाह जी दर्शन किए ने, सुनिया तो बड़ा कुछ है, पर तू आप दर्शन किए ने, कुछ दे दस। हुण उस सिंह ने गुणा बारे तो दस्या, वो है किहो जिहा, उनका स्वरूप चेहरा किवें दा सी। हुण ये गल बाबा कबीर जी ने भी कही, उस सिंह ने भी दसी कि धन गुरु कलगीधर पातशाह जी का चेहरा किहो जिहा सी, सच जानी मैं तो कदे वेखी ही नहीं। तो पूछया क्यों नाल रहे सी, कि जदों गुरु साहब के चरणों के विच जाईदा सी, अखां भी तो ध्यान भी गुरु साहब के चरणों में ही टिकिया रहिंदा सी। बड़ी वारी यतन किया कि इन्हां अखां नूं उत्ते चुक के सतगुरु के चेहरे के दर्शन करा, पर सच जाणिओ चरणों तो लैके गोडियां तक, ढिड तक, छाती तक, इत्थों तक उन्होंने दाड़े के वालों के दर्शन तो हो गए, केस के दर्शन हो गए। इस तो उत्ते कदे हिम्मत ही नहीं गई कि उन्होंने दर्शन जिहड़े ने अखा चुक के चेहरे दे कर लवां। बस वो किवें दे सन, इत्थे तो वो सिंह कहंदा कि मैं भी नहीं कह सकता। तो बाबा कबीर जी उन्होंने बचन तो सदैवी ने, जुगो जुगो टल ने। उन्होंने भी पूछा सी ना, तुसीं दर्शन किए ने, मालक नूं वेखिया है, फिर किरपा करके सानू भी तो दसो है किवें दा। वो कहंदे ने दर्शनां दा ते पता नहीं, पर चित्त उन्हां दे चरणां विच जुड़िया है और उन्हां दे चरणां दी मौज ऐसी है कि उनके बारे कुछ किया ही नहीं जा सकता। बस इस मौज नूं जिन्हें माणिया है वही जानता है। बाबा कबीर जी का पावन वचन है, कबीर चरण कमल के मौज को कह कैसे उन्मान, कहबे को शोभा नहीं देखा ही परवान। इत्थे उस जग्यासू कहता कि भैणे दस ते सही, मूँह दस डिखा फिर के वो है किहो जिहा। यार वे फिर आपन भाणा किस निस्से छंदा, अगो जग्यासू दसदा है। ये कह ले कि गुरसिख सहेली दस रही है कि यार सुन, वो जिहड़ा परमात्मा नूं वो ऐसा है कि आपन भाणा वो अपने भाणे विच ही रहिंदा है। जो कुछ उन्हें करना है वो फिर साडे वर्गिਆਂ तो पुछ के नहीं करता, और हकीकत है जे साडे वर्गिਆਂ तो पुछ के करे तो असीं कदे ना किसी दूसरे का नाम लईए कि सारा कुछ साडे लिए आ जाए, होर किसी वल्ले ना जाए। वो अपने भाणे दे विच रहिंदा, उहनूं किसी दी कार नहीं, और जो कुछ वो करता है किसी तो पुछ के नहीं करता।
यार वे तै राविया लालण मूँ दस दसंदा। ਹੁਣ ਜਦੋਂ ਇੰਨੇ ਕੋ ਗੱਲ ਦੱਸੀ ਉਹ ਜਗਿਆਸੂ ਫਿਰ ਕਹਿੰਦਾ ਯਾਰ ਤੂੰ ਤਾਂ ਉਸ ਰੱਬ ਨੂੰ ਪਰਮੇਸ਼ਰ ਨੂੰ ਗੁਰੂ ਨੂੰ ਮਾਣਿਆ ਹੈ ਰਾਵਿਆ ਹੈ ਵੀ ਮੈਨੂੰ ਵੀ ਦੱਸ ਦਿੰਦਾ। ਤਰਲਾ ਲੈ ਕੇ ਨਹੀਂ ਕਹਿੰਦਾ ਕਿ ਭਰਾਵਾ ਕੁਝ ਦੱਸ, ਉਹਦੇ ਬਾਰੇ ਮੈਨੂੰ ਕੁਝ ਦੱਸ ਦਿੰਦਾ। ਲਾਲਣ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ। ਤੂੰ ਉਸ ਲਾਲਣ ਨੂੰ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਪਾਇਆ ਹੈ ਕਿ ਤੂੰ ਆਪਣਾ ਆਪ ਵਿੱਚੋਂ ਗਵਾ ਲਿਆ ਤਾਂ ਮਿਲਿਆ ਹੈ। ਜੈ ਤਨ ਭਾਗ ਮਥਾਣੇ, ਜਾਂ ਤੇਰੇ ਮੱਥੇ ਦੇ ਭਾਗ ਵੱਡੇ ਸਨ ਤਾਂ ਮਿਲਿਆ ਹੈ। ਅੱਗੋਂ ਜਗਿਆਸੂ ਫਿਰ ਕਹਿੰਦਾ ਭਰਾਵਾ ਇਹ ਭੈਣੇ ਗੁਰਸਿੱਖ ਭੈਣੇ, ਨਾ ਤੇ ਆਪਣੇ ਆਪ ਅੰਦਰੋਂ ਆਪਣਾ ਆਪ ਗਵਾਇਆ ਗਿਆ, ਨਾ ਹੀ ਇਹਦੇ ਭਾਗ ਵੱਡੇ ਸਨ ਕਿਉਂ ਮਿਲ ਜਾਂਦਾ। ਬਸ ਉਹਨੇ ਤੇ ਤਰਸ ਹੀ ਕੀਤਾ ਹੈ। ਕਿਵੇਂ ਮਿਲਿਆ ਜੀ? ਕਹਿੰਦੇ ਬਾਹਾਂ ਪਕੜ ਠਾਕੁਰ ਹੋਂ ਕਿੱਦੀ। ਕਿੱਦੀ ਖਿੱਚ ਕੇ ਆਪਣੇ ਨਾਲ ਹੀ ਮਿਲਾ ਲਿਆ, ਗਲੇ ਨਾਲ ਹੀ ਲਾ ਲਿਆ। ਤਰਸ ਕੀਤਾ, ਬਾਂਹ ਤੋਂ ਫੜਿਆ, ਆਪਣੇ ਨਾਲ ਮਿਲਾ ਲਿਆ। ਤੇ ਕਹਿੰਦੇ ਨਾਲ ਮਨਾਉਣ ਲੱਗਿਆ ਗੁਣ ਅਵਗੁਣ ਕੁਝ ਵੀ ਨਹੀਂ ਪਛਾਣਿਆ। ਗੁਣ ਅਵਗੁਣ ਨਾ ਪਛਾਣੇ। ਉੱਥੇ ਗੁਣ ਅਵਗੁਣਾਂ ਦੀ ਵਿਚਾਰ ਨਹੀਂ ਕੀਤੀ। ਜੇ ਵਿਚਾਰ ਕਰਦੇ ਤੇ ਫਿਰ ਅਵਗੁਣਾਂ ਦੀ ਗਿਣਤੀ ਕੋਈ ਨਹੀਂ ਸੀ। ਬਸ ਉਹਨੇ ਤਰਸ ਕੀਤਾ, ਬਾਂਹ ਤੋਂ ਫੜ ਕੇ ਮਿਲਾ ਹੀ ਲਿਆ ਹੈ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਸ ਸੁਹੰਦਾ। ਉਸ ਪਰਮਾਤਮਾ ਨੇ ਆਪਣੇ ਗੁਣਾਂ ਦਾ ਹਾਰ ਬਣਾ ਕੇ ਆਪ ਹੀ ਗਲ 'ਚ ਪਾ ਦਿੱਤਾ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ। ਉਹ ਮਿਲਿਆ ਹੋਇਆ ਜਗਿਆਸੂ ਕਹਿੰਦਾ ਕਿ ਬਸ ਇੰਨੀ ਕਿਰਪਾ ਕਿ ਹੁਣ ਸਾਰਾ ਕੁਝ ਸੋਹਣਾ ਲੱਗਦਾ ਹੈ। ਤੇ ਸਹੱਬੋ ਕਿਸ ਸੁਹੰਦਾ, ਸਾਰਾ ਕੁਝ ਸੁਹਾਵਣਾ ਲੱਗਦਾ ਹੈ। ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ। ਪਧਾਰ ਪਤੀ ਪਰਮੇਸ਼ਰ। ਸਤਿਗੁਰੂ ਕਹਿੰਦੇ ਨੇ ਉਹ ਸੁਹਾਗਣ, ਉਹ ਗੁਰਸਿੱਖ ਧੰਤਾਂ ਦੇ ਯੁੱਗ ਹੈ ਜਿਨ੍ਹਾਂ ਦੇ ਨਾਲ ਉਹਨਾਂ ਦਾ ਪਤੀ ਪਰਮੇਸ਼ਰ ਵਸਦਾ ਹੈ, ਵਸਦਾ ਸਭ ਨਾਲ ਹੈ। ਬਸ ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਨੇ ਮਹਿਸੂਸ ਕਰ ਲਿਆ, ਉਹ ਧੰਤਾਂ ਦੇ ਯੁੱਗ ਨੇ। ਯਾਰ ਵੇ ਨਿਤ ਸੁਖ ਸੁਖੇਂਦੇ ਸਾ ਮੈਂ ਪਾਈ। ਜਗਿਆਸੂ ਕਹਿੰਦਾ ਕਿ ਯਾਰ ਉਹ ਜਿਹਨੂੰ ਮਿਲਣ ਵਾਸਤੇ ਨਿੱਤੇ ਸੁੱਖਾ ਸੁੱਖ ਦੀ ਸਨ ਕਿ ਕਦੇ ਮਿਲੇ, ਬਸ ਇਹ ਉਹਨੇ ਕਿਰਪਾ ਕੀਤੀ, ਉਹ ਮਿਲ ਗਿਆ ਹੈ, ਉਹਨੂੰ ਮੈਂ ਪ੍ਰਾਪਤ ਤੇ ਕਰ ਲਿਆ ਹੈ। ਪਰ ਆਪ ਨਹੀਂ, ਉਹਨੇ ਤਰਸ ਕਰਕੇ ਮਿਲਾਇਆ ਹੈ। ਵਰ ਲੋੜੀਂਦਾ ਆਇਆ ਵਜੇ ਵਧਾਈ। ਜਿਹੜਾ ਵਰ, ਜਿਹੜਾ ਲਾੜਾ ਚਾਹੀਦਾ ਸੀ, ਜਿਹੜਾ ਪਤੀ ਚਾਹੀਦਾ ਸੀ, ਲੱਭਿਆ ਨਹੀਂ, ਉਹ ਆ ਗਿਆ ਹੈ। ਆਇਆ ਵਰ ਲੋੜੀਂਦਾ ਆਇਆ, ਆ ਗਿਆ ਹੈ। ਵਜੇ ਵਧਾਈ, ਅੰਦਰ ਵਧਾਈਆਂ ਵੱਜ ਗਈਆਂ। ਮਹਾ ਮੰਗਲ ਰਹਸ ਥਿਆ ਪਿਰ ਦਿਆਲ ਸਦ ਨ ਵਰੰਗੀਆ। ਅੰਦਰ ਮਹਾ ਮੰਗਲ ਰਹਸ, ਮੰਗਲ ਦਾ ਅਰਥ ਵੀ ਖੁਸ਼ੀਆਂ ਹੈ, ਇੱਥੇ ਰਹਸ ਦਾ ਅਰਥ ਵੀ ਖੁਸ਼ੀਆਂ ਖੇੜੇ ਨੇ। ਅੰਦਰ ਸਦਾ ਲਈ ਖੁਸ਼ੀਆਂ ਆ ਗਈਆਂ, ਮੰਗਲ ਆ ਗਏ। ਅੰਦਰ ਸਦਾ ਲਈ ਖੜਾਵ ਦੇ ਵਿੱਚ ਆ ਗਿਆ। ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕਹਿ ਸਤ ਸੰਗਿਆ। ਕਹਿੰਦੇ ਵੱਡੇ ਭਾਗਾਂ ਕਰਕੇ ਪਾਇਆ। ਕਿਹਨੂੰ ਪਾਇਆ? ਗੁਰੂ ਨੂੰ। ਗੁਰ ਮਿਲਾਇਆ, ਗੁਰੂ ਦੇ ਰਾਰੇ ਨੂੰ ਫਿਰ ਸਿਆਰੀ ਹੈ। ਗੁਰੂ ਨੇ ਮਿਲਾਇਆ। ਕਿਹਨੂੰ ਮਿਲਾਇਆ ਜੀ? ਸਾਧ ਕਹਿ ਸਤ ਸੰਗੀਆਂ। ਗੁਰੂ ਨੇ ਸਤ ਸੰਗਤ ਵਿੱਚ ਮਿਲਾਇਆ ਤੇ ਸਤ ਸੰਗਤ ਦੀ ਬਰਕਤ ਨਾਲ ਉਹਨੂੰ ਪਾਇਆ ਹੈ। ਆਸਾ ਮਨਸਾ ਸਗਲ ਪੂਰੇ ਪ੍ਰਿਆ ਅੰਕ ਅੰਕ ਮਿਲਾਈ। ਤੇ ਸਤਿਗੁਰੂ ਕਹਿੰਦੇ ਨੇ ਸਤ ਸੰਗੀਆਂ ਨੂੰ ਮਿਲ ਕੇ ਜਦੋਂ ਉਹਨੂੰ ਪ੍ਰਾਪਤ ਕੀਤਾ, ਆਸਾ ਮਨਸਾ ਸਾਰੀਆਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ। ਬਿਨਵੰਤ ਨਾਨਕ ਸੁਖ ਸੁਖਿੰਦੇ ਸਾ ਮੈਂ ਗੁਰ ਮਿਲ ਪਾਈ। ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣ ਜਿਹੜੀ ਸੁੱਖਾ ਸੁਖ ਰਹੀ ਸਨ, ਉਹ ਪਰਿਪੂਰਨ ਪਰਮਾਤਮਾ ਮੈਂ ਗੁਰੂ ਨੂੰ ਮਿਲ ਕੇ ਪਾਇਆ ਹੈ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ, ਸਤਿਗੁਰ ਤਾ ਪਾਇਆ ਸਹਿਜ ਸਿਤੇ ਮਨ ਵਜੀਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ, ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ